ਟੀਵੀ ਪੰਜਾਬ ਤੇ ਤੁਹਾਡਾ ਸਭ ਦਾ ਸਵਾਗਤ ਹੈ ਸਾਥੀਓ। 1914 ਦੀ ਕਾਮਾਗਾਟਾ ਮਾਰੂ ਇੱਕ ਐਸੀ ਘਟਨਾ ਜਿਸ ਨੂੰ ਯਾਦ ਕਰਦਿਆਂ ਅੱਜ ਵੀ ਸਾਡੇ ਰੌਂਗਟੇ ਖੜੇ ਹੋ ਜਾਂਦੇ ਨੇ। ਇਸ ਘਟਨਾ ਨੂੰ ਭਾਵੇਂ ਇੰਡੀਆ 'ਚ ਲੋਕੀ ਭੁੱਲ ਗਏ ਹੋਣ, ਪਰ ਕੈਨੇਡਾ 'ਚ ਇਹ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਤਰੋ-ਤਾਜ਼ਾ, ਕਿਉਂਕਿ ਇੱਥੇ ਇੱਕ ਡਿਸੈਂਡੈਂਟ ਆਫ ਕਾਮਾਗਾਟਾ ਮਾਰੂ ਸੁਸਾਇਟੀ ਬਣੀ ਹੋਈ ਹੈ। ਉਹ ਹਰ ਹੀਲੇ ਇਸ ਘਟਨਾ ਨੂੰ ਯਾਦ ਕਰਾਉਣ ਲਈ ਕੋਈ ਨਾ ਕੋਈ ਉਪਰਾਲਾ ਕਰਦੀ ਰਹਿੰਦੀ ਹੈ। ਇਸ ਸੁਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਸਪੋਕਸਪਰਸਨ ਰਾਜ ਸਿੰਘ ਤੂਰ ਜੀ ਸਾਡੇ ਨਾਲ ਅੱਜ ਮੌਜੂਦ ਨੇ ਗੱਲਬਾਤ ਲਈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੂਰ ਸਾਹਿਬ, ਸਵਾਗਤ ਹੈ ਜੀ ਤੁਹਾਡਾ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੂਰ ਸਾਹਿਬ, ਜਿਹੜੀ ਹੁਣ ਇੱਕ ਨਵੀਂ ਤੁਹਾਡਾ ਉਪਰਾਲਾ ਹੋਇਆ ਹੈ ਕਿ ਕੈਨੇਡੀਅਨ ਗੌਰਮੈਂਟ ਇੱਕ ਸੜਕ ਦਾ ਨਾਮ ਜਿਹੜੀ ਹੈਗੀ ਹੈ ਉਹ ਕਾਮਾਗਾਟਾ ਮਾਰੂ ਦੇ ਨਾਮ 'ਤੇ ਰੱਖਣ ਜਾ ਰਹੀ ਹੈ, ਉਹਦੇ ਬਾਰੇ ਡਿਟੇਲ 'ਚ ਦੱਸੋ ਕੀ ਹੈਗਾ। ਹਾਂਜੀ, ਮੈਂ ਸਿਟੀ ਆਫ ਐਬਸਪੋਰਟ ਨੂੰ ਆਖਿਆ ਸੀਗਾ ਵੀ ਤੁਸੀਂ 3 ਸਾਲ ਪਹਿਲਾਂ ਵੀ ਥੋੜ੍ਹਾ ਜਿਹੜਾ ਡਾਇਰੈਕਟ ਕਨੈਕਸ਼ਨ ਹੈਗਾ ਵਾ ਕਾਮਾਗਾਟਾ ਮਾਰੂ ਦੇ ਪੈਸੇਂਜਰਸ ਦੇ ਨਾਲ, ਕਿਉਂਕਿ 1911 ਵਿੱਚ ਜਿਹੜੇ ਆਪਣੇ ਇੱਥੇ 4000 ਦੇ ਕਰੀਬ ਜਿਹੜੇ ਪੂਰੀ BC ਵਿੱਚ ਸਿੱਖ ਰਹਿੰਦੇ ਸੀਗੇ, ਅਤੇ ਸਾਰਿਆਂ ਨੇ ਜਿਹੜੇ ਹੈਗੇ ਜਿਹੜੇ ਆਪਣੇ ਜਿਹੜੇ ਪੈਸੇਂਜਰ ਸੀਗੇ, ਕੋਈ ਗੌਰਮੈਂਟ ਵੱਲੋਂ ਤਾਂ ਉਹਨਾਂ ਨੂੰ ਕੋਈ ਫੂਡ ਜਾਂ ਕੋਈ ਪਾਣੀ ਜਾਂ ਕੋਈ ਵੀ ਮੈਡੀਕੇਸ਼ਨ ਨਹੀਂ ਸੀ ਦਿੱਤੀਆਂ ਗਈਆਂ। ਗੌਰਮੈਂਟ ਚਾਹੁੰਦੀ ਸੀ ਵੀ ਇਹ ਭੁੱਖੇ ਪਿਆਸੇ ਇੱਥੇ ਮਰ ਜਾਣ ਅਤੇ ਜਾਂ ਇਹ ਵਾਪਸ ਚਲੇ ਜਾਣ। ਅਤੇ ਇਸ ਕਰਕੇ ਵੀ ਜਿਹੜੀ ਲੋਕਲ ਜਿਹੜੀ ਕਮਿਊਨਿਟੀ ਸੀ ਆਪਣੀ, ਅਤੇ ਜ਼ਿਆਦਾਤਰ ਸਿੱਖ ਕਮਿਊਨਿਟੀ ਸੀ, ਬਾਕੀ ਹੋਰ ਕਮਿਊਨਿਟੀਆਂ ਵੀ ਸੀਗੀਆਂ, ਅਤੇ ਉਹ ਸਾਰਿਆਂ ਨੇ ਮਿਲ ਕੇ ਫਿਰ ਜਿਹੜੇ ਹੈਗੇ ਆ ਖਾਣ ਪੀਣ ਦਾ ਅਤੇ ਮੈਡੀਕੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੀਗਾ। ਉਹਦੇ ਵਿੱਚ ਜਿਹੜਾ ਸਿਟੀ ਆਫ ਐਬਸਪੋਰਟ ਵਿੱਚ ਵੀ ਜਿਹੜਾ 1911 'ਚ ਗੁਰਦੁਆਰਾ ਬਣਿਆ ਸੀਗਾ, ਉੱਥੇ ਵੀ ਜਿਹੜੇ ਆਪਣੇ ਕਮਿਊਨਿਟੀ ਰਹਿੰਦੀ ਸੀਗੀ, ਸਿੱਖ ਕਮਿਊਨਿਟੀ, ਜਿਨ੍ਹਾਂ ਨੇ ਖਾਣ ਪੀਣ ਨੂੰ ਅਤੇ ਮੈਡੀਕੇਸ਼ਨ ਵਿੱਚ ਆਪਣੇ ਡੋਨੇਸ਼ਨ ਵਿੱਚ ਹਿੱਸਾ ਪਾਇਆ ਸੀਗਾ। ਅਤੇ ਮੈਂ ਕਿਹਾ ਵੀ ਤੁਸੀਂ ਜ਼ਰੂਰ ਕਿਸੇ ਸਟਰੀਟ ਦਾ ਨਾਂ, ਕਿਸੇ ਜਿਹੜੇ ਹੈਗੇ ਆ ਪਾਰਕ ਦਾ ਨਾਂ ਕਾਮਾਗਾਟਾ ਮਾਰੂ ਦੇ ਨਾਂ 'ਤੇ ਰੱਖੋ ਉਹਨਾਂ ਦੀ ਯਾਦ ਵਿੱਚ। ਅਤੇ ਫਿਰ ਮੇਰੀ ਰਿਕੁਐਸਟ 'ਤੇ ਉਹਨਾਂ ਨੇ 3 ਸਾਲ ਮੈਨੂੰ ਕਾਫੀ ਮੀਟਿੰਗਾਂ ਕੀਤੀਆਂ ਉਹਦੇ ਨਾਲ। ਸੋ ਫਾਈਨਲੀ ਮੇਰੀ ਰਿਕੁਐਸਟ 'ਤੇ ਉਹਨਾਂ ਨੇ ਜਿਹੜੀ ਹੈਗੀ ਆ ਜੇ ਸਾਊਥ ਫਰੇਜ਼ਰ ਵੇ ਹੈਗਾ, ਇੱਕ ਹਾਈਵੇ ਹੈਗਾ ਵਾ, ਅਤੇ ਉਹਦਾ ਜਿਹੜਾ ਕੁਛ ਪੋਰਸ਼ਨ ਜਿਹੜਾ ਹੈਗਾ ਵਾ, ਜਿੱਥੇ ਕਿ ਆਪਣੇ ਦੋਨੇ ਗੁਰਦੁਆਰੇ ਵੀ ਹੈਗੇ ਆ, ਅਤੇ ਜਿਨ੍ਹਾਂ ਨੇ ਕਿ ਹੈਲਪ ਕੀਤੀ ਸੀਗੀ, ਅਤੇ ਜਿਹੜੇ ਕਿ ਹੈਰੀਟੇਜ ਗੁਰਦੁਆਰਾ ਹੈਗਾ ਵਾ, ਅਤੇ ਉਹਦੇ ਸਾਹਮਣੇ ਜਿਹੜੀ ਹੈਗੇ ਵਾ ਉਸ ਹਾਈਵੇ ਤੋਂ ਜਿਹੜਾ ਗੁਜ਼ਰਦਾ, ਉਹਦਾ ਨਾਂ ਉਹਨਾਂ ਨੇ ਕਾਮਾਗਾਟਾ ਮਾਰੂ ਵੇ ਰੱਖਿਆ ਹੈਗਾ ਵਾ, ਅਤੇ ਬਜ਼ੁਰਗਾਂ ਦੀ ਯਾਦ ਵਿੱਚ। ਅਤੇ ਨਾਲੇ ਜਿਹੜੇ ਉਸ ਗੁਰਦੁਆਰੇ 'ਤੇ ਇੱਕ ਸਟੋਰੀ ਬੋਰਡ ਵੀ ਲਗਾਇਆ ਜਾਊਗਾ, ਜਿੱਥੇ ਕਿ ਸਾਰੀ ਕਾਮਾਗਾਟਾ ਮਾਰੂ ਦੀ ਹਿਸਟਰੀ ਲਿਖੀ ਜਾਊਗੀ ਬਜ਼ੁਰਗਾਂ ਦੀ। ਅਤੇ ਨਾਲੇ ਜਿਹੜਾ ਜਿਹੜੀ ਜੋ ਕਿ ਲੋਕਲ ਜਿਹੜੀ ਕਮਿਊਨਿਟੀ ਸੀਗੀ, ਜੋ ਕਿ ਇੱਕ ਬਹੁਤ ਪੋਜ਼ੀਟਿਵ ਜਿਹੜਾ ਸੀਗਾ ਐਬਸਪੋਰਟ ਦੇ ਰੈਜ਼ੀਡੈਂਟ ਦਾ ਜਿਹੜਾ ਕਨੈਕਸ਼ਨ ਸੀਗਾ, ਉਹ ਵੀ ਲਿਖਿਆ ਜਾਊਗਾ। ਅਤੇ ਇਸ ਕਰਕੇ ਮੈਂ ਧੰਨਵਾਦ ਕਰਦਾ ਮੈਂ ਐਬਸਪੋਰਟ ਦੇ ਜਿਹੜੇ ਹੈਗੇ ਮੇਅਰ ਸਾਹਿਬ ਦਾ, ਸਾਰੀ ਕਾਊਂਸਲ ਦਾ, ਜਿਨ੍ਹਾਂ ਨੇ ਕਿ ਕਾਮਾਗਾਟਾ ਮਾਰੂ ਪੈਸੇਂਜਰ ਨੂੰ ਰਿਕੋਗਨਾਈਜ਼ ਕੀਤਾ। ਅਤੇ ਇਹ ਜਿਹੜੇ ਪੈਸੇਂਜਰ ਉਹ ਸਨ, ਮੇਰੇ ਗ੍ਰੈਂਡਫਾਦਰ ਜਦੋਂ ਇੱਥੇ ਆਏ ਸੀਗੇ, ਮੈਨੂੰ ਦੱਸਿਆ ਕਰਦੇ ਸਨ, 6 ਤੋਂ 7 ਸਾਲ ਦਾ ਸੀਗਾ, ਉਹ ਕਹਿੰਦੇ ਸੀਗੇ ਜਦੋਂ ਇੱਥੇ ਆਏ ਸੀਗੇ ਅਤੇ ਉਹ ਸਟੂਡੈਂਟ ਸੀ, ਇੱਕੋ ਇੱਕ ਸਟੂਡੈਂਟ ਸੀ, ਪੜ੍ਹਨ ਦੇ ਤੌਰ 'ਤੇ ਆ ਰਹੇ ਸੀਗੇ, ਬਾਕੀ ਜਿਹੜੇ ਸੀਗੇ ਉਹ ਆਪਣੇ ਜਿਹੜੇ ਹੈਗਾ ਕੰਮ ਕਰਨ ਲਈ ਆ ਰਹੇ ਸੀ ਇੱਥੇ, ਅਤੇ ਬੈਟਰ ਲਾਈਫ ਲਈ। ਅਤੇ ਉਹ ਜਦੋਂ ਇੱਥੇ ਆਏ ਨੇ, ਕਿਉਂਕਿ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀਗਾ, ਕੋਈ ਬ੍ਰਿਟਿਸ਼ ਦਾ ਰੂਲ ਸੀਗਾ ਉਦੋਂ ਇੰਡੀਆ ਵਿੱਚ ਵੀ ਅਤੇ ਇੱਥੇ ਵੀ, ਅਤੇ ਉਹ ਲੀਗਲੀ ਇੱਥੇ ਆ ਰਹੇ ਸੀਗੇ। ਅਤੇ ਬ੍ਰਿਟਿਸ਼ ਕਿਆ ਕਰਦੇ ਸੀ, ਤੁਸੀਂ ਜਿੱਥੇ ਮਰਜ਼ੀ ਆਵੋ ਜਾਵੋ, ਆਪਣਾ ਉੱਥੇ ਵੀ ਰਾਜ ਆ, ਇੱਥੇ ਵੀ ਰਾਜ ਆ, ਕੋਈ ਰਿਸਟ੍ਰਿਕਸ਼ਨ ਹੈ ਨਹੀਂ ਗੀਆਂ। ਜਦੋਂ ਇੱਥੇ ਆਏ ਆ, ਉਹਨਾਂ ਨੇ ਟੋਟਲੀ ਡਿਫਰੈਂਟ ਤਜਰਬਾ ਦੇਖਿਆ। ਜਿਹੜੀ ਕੈਨੇਡੀਅਨ ਗੌਰਮੈਂਟ ਨੇ ਸੀਗਾ, ਉਹਨਾਂ ਨੂੰ ਇੰਟਰ ਨਹੀਂ ਹੋਣ ਦਿੱਤਾ, ਅਤੇ ਕਿਸੇ ਪ੍ਰਕਾਰ ਦਾ ਫੂਡ, ਵਾਟਰ, ਮੈਡੀਕੇਸ਼ਨ ਨਹੀਂ ਦਿੱਤੀਆਂ ਗਈਆਂ, ਭੁੱਖੇ ਪਿਆਸੇ ਹੀ ਉਹਨਾਂ ਨੂੰ ਉੱਥੇ ਰੱਖਿਆ ਵਾ। ਅਤੇ ਉਹਦੇ ਵਿੱਚ ਜਦੋਂ ਵਾਪਸ ਘੱਲਿਆ ਗਿਆ ਵਾ ਕਾਮਾਗਾਟਾ ਮਾਰੂ ਨੂੰ, ਫੋਰਸਫੁਲੀ ਘੱਲਿਆ ਗਿਆ, ਇੱਕ ਮਿਲਟਰੀ ਸ਼ਿਪ ਸੱਦਿਆ ਗਿਆ, 2 ਮਹੀਨੇ ਮਗਰੋਂ ਵੀ ਤੁਸੀਂ ਵਾਪਸ ਜਾਓ, ਨਹੀਂ ਤੁਹਾਨੂੰ ਪਾਣੀ ਵਿੱਚ ਹੀ ਉਡਾ ਦਿਆਂਗੇ। ਸੋ ਫਾਈਨਲੀ ਜਦੋਂ ਉੱਥੇ ਆਪਣੇ ਪਹੁੰਚਿਆ ਕਲਕੱਤਾ ਵਿੱਚ ਆਪਣੇ ਬਜਬਜ ਘਾਟ 'ਤੇ, ਉੱਥੇ ਬ੍ਰਿਟਿਸ਼ ਦਾ ਰਾਜ ਸੀ ਉਸ ਟਾਈਮ। ਜਿਹੜੇ ਬ੍ਰਿਟਿਸ਼ ਦੇ ਜਿਹੜੇ ਟਰੂਪਸ ਸੀਗੇ, ਉਹਨਾਂ ਨੇ ਗੋਲੀਆਂ ਚਲਾਈਆਂ ਇਹਨਾਂ 'ਤੇ, ਅਤੇ ਇਹਨਾਂ ਦੇ 20 ਮੌਕੇ 'ਤੇ ਸ਼ਹੀਦ ਕੀਤੇ ਗਏ, ਅਤੇ ਬਾਕੀਆਂ ਨੂੰ ਜਿਹੜਾ ਹੈਗਾ ਵਾ ਜੇਲ੍ਹਾਂ 'ਚ ਰੱਖਿਆ ਗਿਆ। ਉੱਥੇ ਮੈਮੋਰੀਅਲ ਵੀ ਬਣਾਇਆ ਗਿਆ ਸੀ 1952 ਵਿੱਚ ਬਜਬਜ ਘਾਟ 'ਤੇ, ਜਿਹਦਾ ਸ਼ਹੀਦਗੰਜ ਨਾਂ ਰੱਖਿਆ ਗਿਆ ਹੈਗਾ ਵਾ, ਅਤੇ ਜਿਸ ਦਾ ਕਿ 1952 ਵਿੱਚ ਮੇਰੇ ਖਿਆਲ ਉਸ ਟਾਈਮ ਦੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਜੀ, ਉਹਨਾਂ ਨੇ ਉਦਘਾਟਨ ਕੀਤਾ ਸੀਗਾ। ਇਹ ਤੂਰ ਸਾਹਿਬ, ਇਹ ਸ਼ਾਇਦ 376 ਲੋਕ ਸੀ ਜਿਹੜੇ ਸ਼ਾਇਦ ਆਏ ਸੀਗੇ ਉਸ ਵੇਲੇ, ਅਤੇ ਉਹ ਜਿਹੜੇ ਸੀਗੇ ਉਹ ਜਦੋਂ ਗਏ ਵਾਪਸ, ਉਹਨਾਂ 'ਚ ਕੁਛ ਇੱਥੇ ਵੀ ਕੁਛ ਮੌਤਾਂ ਹੋਈਆਂ ਨੇ 2 ਮਹੀਨੇ, ਕਿਉਂਕਿ ਇੱਥੇ ਡੌਕ ਲੱਗਾ ਰਿਹਾ, ਉਹਨਾਂ ਨੂੰ ਉਤਰ ਨਹੀਂ ਦਿੱਤਾ ਗਿਆ ਇੱਥੇ ਵੈਂਕੂਵਰ ਕਿਨਾਰੇ 'ਤੇ।
ਤੇ ਉਹਨਾਂ ਨਾਲ ਕੀ ਝੱਲਣਾ ਪਿਆ ਉਹਦੇ ਬਾਰੇ ਥੋੜਾ ਜਿਹਾ ਦੱਸੋ। ਇੱਥੇ ਉਹਨਾਂ ਨੂੰ ਆਪਣੇ ਜੇ ਭੁੱਖੇ ਪਿਆਸੇ ਜਿਹੜਾ ਹੈਗਾ ਵਾ ਰੱਖਿਆ ਉਹਨਾਂ ਨੂੰ, ਤੇ ਗਵਰਨਮੈਂਟ ਚਾਹੁੰਦੀ ਸੀ ਵੀ ਇਹਨਾਂ ਨੂੰ ਕੁਛ ਖਾਣ ਪੀਣ ਨੂੰ ਨਾ ਦਿੱਤਾ ਜਾਵੇ, ਪਰ ਜਿਹੜੀ ਲੋਕਲ ਕਮਿਊਨਿਟੀ ਸੀਗੀ ਉਹਨਾਂ ਸਦਕਾ ਉਹਨਾਂ ਨੂੰ ਉਹ ਸਰਵਾਈਵ ਰਹੇ ਨੇ। ਕਈ ਵਾਰੀ ਤਾਂ ਜਿਵੇਂ ਉਹਨਾਂ ਨੂੰ ਗਵਰਨਮੈਂਟ ਸ਼ਿਪ ਤੱਕ ਪਹੁੰਚਣ ਨਹੀਂ ਸੀ ਦਿੰਦੀ, ਚੋਰੀ ਜਿਹੜੇ ਸਮਾਨ ਪਹੁੰਚਾਉਂਦੇ ਸੀ ਉਹਨਾਂ ਨੂੰ, ਤੇ ਪਰ ਉਹ ਕਈ ਵਾਰੀ ਤਾਂ ਦੱਸਦੇ ਸੀ ਬਜ਼ੁਰਗ ਵੀ 24 ਘੰਟੇ ਕਈ ਦਿਨ ਭੁੱਖੇ ਪਿਆਸੇ ਰਹਿਣਾ ਪੈਂਦਾ ਹੁੰਦਾ ਸੀਗਾ। ਕਈ ਵਾਰ ਤਾਂ ਜਿਹੜਾ ਸੀਗਾ ਪਾਣੀ ਸੀਗਾ ਜਿਹੜਾ ਬਾਰਸ ਦਾ, ਉਹਦੇ ਨਾਲ ਵੀ ਗੁਜ਼ਾਰਾ ਕਰਨਾ ਪੈਂਦਾ ਸੀਗਾ। ਬਹੁਤ ਹੀ ਮਾੜੀ ਹਾਲਤ ਸੀ ਉਹਨਾਂ ਦੀ, ਜਿਸ 'ਚ ਕੋਈ ਇੱਕ ਜਿਹੜੇ ਪੈਸੇਂਜਰ ਸੀ ਬਿਮਾਰ ਹੋ ਗਏ ਸੀਗੇ, ਤੇ ਉਹਨਾਂ ਦੀ ਜਿਹੜੀ ਸੀਗੀ ਤੇ ਉਹ ਡੈਥ ਹੋ ਗਈ ਸੀਗੀ। ਤੇ ਬਾਕੀ ਜਿਹੜੇ ਪੈਸੇਂਜਰ ਨੇ ਬਹੁਤ ਹੀ ਔਖਾ ਸਮਾਂ ਦੇਖਿਆ ਸੀਗਾ। ਇੱਥੋਂ ਤੱਕ ਵੀ ਜਿਹੜੇ ਜਿਹੜੇ ਆਪਣੇ ਮਿਨਿਸਟਰ ਸੀਗੇ ਹੈਰੀ ਸਟੀਵਨ, ਤੇ ਉਹ ਵੀ ਕਹਿੰਦੇ ਸੀ ਅਸੀਂ ਬ੍ਰਿਟਿਸ਼ ਕੋਲੰਬੀਆ ਵਾਈਟ ਰੱਖਣਾ ਤੇ ਕੈਨੇਡਾ ਨੂੰ ਜਿਹੜਾ ਵਾਈਟ ਰੱਖਣਾ ਵਾ। ਤੇ ਜਿਹੜਾ ਮੀਡੀਆ ਵੀ ਓਪਨਲੀ ਰੇਸਿਸਟ ਕਮੈਂਟਸ ਕਰ ਰਿਹਾ ਸੀਗਾ ਇਹਨਾਂ ਦੇ ਵਿਰੁੱਧ। ਤੇ ਜਿਹੜਾ ਸਿਟੀ ਆਫ ਜਿਹੜਾ ਹੈਗਾ ਵੈਨਕੂਵਰ ਦਾ ਮੇਅਰ, ਉਹ ਰੈਲੀਆਂ ਕਰ ਰਿਹਾ ਸੀਗਾ। ਸਿਟੀ ਆਫ ਨਿਊ ਵੈਸਟਮਿੰਸਟਰ ਦਾ ਮੇਅਰ ਰੈਲੀਆਂ ਕਰਦਾ ਸੀਗਾ ਤੇ ਵੀ ਇਹਨਾਂ ਨੂੰ ਵਾਪਸ ਘੱਲੋ। 2 ਮਤੇ ਪਾਸ ਕੀਤੇ ਗਏ ਸੀ ਸਿਟੀ ਆਫ ਵੈਨਕੂਵਰ ਵੱਲੋਂ ਤੇ ਸਿਟੀ ਆਫ ਨਿਊ ਵੈਸਟਮਿੰਸਟਰ ਵੱਲੋਂ, ਵੀ ਇਹ ਜਿਹੜੇ ਲੋਕ ਨੇ ਜਿਹੜੇ ਹੈਗੇ ਇਹਨਾਂ ਨੂੰ ਵਾਪਸ ਘੱਲਿਆ ਜਾਵੇ। ਜਿੱਥੋਂ ਤੱਕ ਵੀ ਜਿਹੜੇ ਸਾਰੇ ਹੀ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਆ, ਭਾਰਤੀ ਲੋਕ ਹੈਗੇ ਆ, ਜਾਂ ਜਿਹੜੇ ਚਾਈਨੀਜ਼ ਵੀ ਹੈਗੇ ਆ, ਜਾਪਾਨੀ ਵੀ ਹੈਗੇ, ਏਸ਼ੀਅਟਿਕਸ ਲੋਕ ਨੇ, ਇਹ ਸਾਰੇ ਵਾਪਸ ਘੱਲੇ ਜਾਣ। ਇਲੈਕਟਿਵ ਰੂਪ ਵਿੱਚ ਮਤਾ ਸੀਗਾ ਤੇ ਜਿਹਦੀ ਕਿ ਮੈਂ ਇਹਨਾਂ ਤੋਂ ਮਾਫੀ ਮੰਗਾਈ, ਤੇ ਸਿਟੀ ਆਫ ਵੈਨਕੂਵਰ ਤੋਂ ਜਿਹੜੀ ਇਹਦੀ ਮੈਂ ਮਾਫੀ ਮੰਗਾਈ ਸੀ। ਮੈਂ ਕਿਹਾ ਤੁਸੀਂ ਰੇਸਿਸਟ ਮਤਾ ਪਾਸ ਕੀਤਾ ਸੀਗਾ 1914 ਵਿੱਚ ਥੋੜ੍ਹੇ, ਤੇ ਵੀ ਤੁਸੀਂ ਇਹਦੀ ਮਾਫੀ ਮੰਗੋ। ਫਿਰ ਇਹਨਾਂ ਨੇ ਜਿਹੜੀ ਹੈਗੀ ਆ ਮਈ 2021 ਵਿੱਚ ਮੇਅਰ ਨੇ ਮਾਫੀ ਮੰਗੀ ਫਿਰ ਮੇਰੀ ਰਿਕੁਐਸਟ 'ਤੇ। ਫਿਰ ਜਿਹੜੇ ਹੈਗੇ ਆ ਆਪਣੇ ਜਿਹੜੀ ਸਤੰਬਰ ਵਿੱਚ 27 ਨੂੰ 2021 ਵਿੱਚ ਸਿਟੀ ਆਫ ਨਿਊ ਵੈਸਟਮਿੰਸਟਰ ਦੀ ਮਾਫੀ ਮੰਗੀ, ਤੇ ਦੋਨੇ ਸਰਕਾਰਾਂ ਨੇ ਮਾਫੀ ਮੰਗੀ। BC ਸਰਕਾਰ ਨੇ ਵੀ ਮਾਫੀ ਮੰਗੀ ਆ। 15 ਸਾਲ ਅਸੀਂ ਲੜੇ ਹੈਗੇ ਆ। ਕੋਈ ਸਾਡਾ ਮਕਸਦ ਇਹ ਸੀਗਾ, ਜਦੋਂ ਅਸੀਂ ਸੁਸਾਇਟੀ ਬਣਾਈ ਸੀਗੀ, ਕਿ ਵੀ ਆਪਣੇ ਵੀ ਅਸੀਂ ਕੋਈ ਕੰਪਨਸੇਸ਼ਨ ਨਹੀਂ ਲੈਣੀ, ਜੇ ਸਰਕਾਰ ਦੇਊਗੀ ਤਾਂ ਉਹਨੂੰ ਵਾਪਸ ਕਰ ਦਿੱਤੀ ਜਾਊਗੀ। ਸਾਡਾ ਮਤਲਬ ਇਹ ਸੀਗਾ ਕਿ ਇੱਕ ਮਾਫੀ ਮੰਗਾਈ ਜਾਵੇ ਫੈਡਰਲ ਸਰਕਾਰ ਤੋਂ, ਤੇ ਜਿਹੜੀ ਹੈਗੀ ਆ BC ਸਰਕਾਰ ਤੋਂ, ਜਾਂ ਸਿਟੀ ਆਫ ਵੈਨਕੂਵਰ ਤੋਂ, ਤੇ ਸਿਟੀ ਆਫ ਨਿਊ ਵੈਸਟਮਿੰਸਟਰ ਤੋਂ, ਜਿਹਦੇ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਸਾਡੀ ਰਿਕੁਐਸਟ 'ਤੇ ਖੁਦ ਮੈਂ ਰਿਕੁਐਸਟ ਕੀਤੀ ਸੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਤੇ ਮਈ 18, 2016 ਨੂੰ ਪਾਰਲੀਮੈਂਟ 'ਚ ਮਾਫੀ ਮੰਗੀ ਗਈ ਸੀਗੀ, ਜੋ ਕਿ ਤੁਸੀਂ ਮੇਰੀ ਪਿਕਚਰ ਵੀ ਦੇਖੋਗੇ। ਉਦੋਂ ਮਗਰੋਂ ਮੇਰੀ ਪ੍ਰਧਾਨ ਮੰਤਰੀ ਸਾਹਿਬ ਨਾਲ ਅਸੀਂ ਕੀਤੀ ਸੀਗੀ ਮਾਫੀ ਮੰਗਣ ਤੋਂ ਮਗਰੋਂ। ਤੇ ਉਸ ਤੋਂ ਮਗਰੋਂ ਫਿਰ ਜਿਹੜਾ ਸਾਡਾ ਅਸੀਂ ਜੇ ਮਾਫੀਆਂ ਮੰਗਾਉਣ ਤੋਂ ਮਗਰੋਂ ਫਿਰ ਮੇਰਾ ਕੰਮ ਸੀਗਾ ਵੀ ਹੁਣ ਰਿਕਗਨਾਈਜ਼ ਕੀਤਾ ਜਾਵੇ ਇਹਨਾਂ ਨੂੰ। ਸਿਟੀ ਆਫ ਸਰੀ ਨੂੰ ਫਿਰ ਮੈਂ ਲਿਖੀ ਸੀਗੀ, ਆਪਣੇ ਰਿਕੁਐਸਟ ਕੀਤੀ ਸੀਗੀ ਵੀ ਤੁਸੀਂ ਵੀ ਆਪਣੇ ਬਹੁਤ ਸਾਰੀ ਇੱਥੇ ਸਾਊਥ ਏਸ਼ੀਅਨ ਕਮਿਊਨਿਟੀ ਰਹਿੰਦੀ ਹੈ, ਵੀ ਤੁਸੀਂ ਕਿਸੇ ਸਟਰੀਟ ਦਾ ਨਾਂ ਇੱਥੇ ਰੱਖੋ। ਫਿਰ ਮੇਰੇ ਕਹਿਣ 'ਤੇ ਉਹਨਾਂ ਨੇ ਜਿਹੜੀ ਆਪਣੀ 75A ਐਵਨਿਊ ਆ, ਇਹਦਾ ਨਾਂ ਕਾਮਾਗਾਟਾ ਮਾਰੂ ਵੇ ਰੱਖਿਆ ਸੀਗਾ। ਤੇ ਜੁਲਾਈ 31, 2019 ਵਿੱਚ ਮੈਂ ਤੇ ਮੇਅਰ ਸਾਹਿਬ ਨੇ ਮਿਲ ਕੇ ਉਦਘਾਟਨ ਕੀਤਾ ਸੀਗਾ। ਨਾਲ ਆਪਾਂ ਇੱਥੇ ਦੇਖ ਹੀ ਰਹੇ ਹੈਗੇ ਆ ਕਿ ਜਿਹੜਾ ਸਟੋਰੀ ਬੋਰਡ ਵੀ ਲਗਾਇਆ ਗਿਆ ਵਾ, ਜਿੱਥੇ ਕਿ ਬਜ਼ੁਰਗਾਂ ਦੀ ਪਿਕਚਰ ਵੀ ਹੈਗੀ ਆ, ਤੇ ਉਹਨਾਂ ਨੇ ਜਿਹੜੀ ਸਾਰੀ ਸਟੋਰੀ ਲਿਖੀ ਹੋਈ ਹੈਗੀ ਆ ਕਾਮਾਗਾਟਾ ਮਾਰੂ ਦੀ। ਤੇ ਇਹਦਾ ਜਿਹੜੀ ਹੈਗੀ ਆ ਤਾਂ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ, ਕੈਨੇਡੀਅਨ ਨੂੰ ਐਜੂਕੇਟ ਕਰਨ ਦੇ ਲਈ। ਇਹਦੇ 'ਚ ਟੂਰ ਸਾਹਿਬ ਹੁਣ ਤੱਕ ਜਿਹੜੇ ਕੈਨੇਡਾ ਦੇ ਵਿੱਚ ਜੇ ਆਪਾਂ ਦੇਖੀਏ, ਇੱਕ ਇਹ ਸਰੀ ਸ਼ਹਿਰ ਦੇ ਵਿੱਚ 75 ਐਵਨਿਊ ਵਾਲੀ ਇਹ ਸੜਕ ਦਾ ਨਾਮ ਰੱਖਿਆ ਗਿਆ। ਇੱਕ ਇਹ ਤੁਸੀਂ ਦੱਸ ਰਹੇ ਹੋ ਵੀ ਐਬਸਫੋਰਡ ਫਰੇਜ਼ਰ ਹਾਈਵੇ ਤੇ ਕੁਝ ਪੋਰਸ਼ਨ ਉਹ ਰੱਖਣ ਜਾ ਰਹੇ ਨੇ। ਇੱਕ ਤੁਸੀਂ ਫੈਰੀਜ਼ ਦਾ ਵੀ ਨਾਂ ਰਖਾਇਆ ਹੈਗਾ, ਕੁਝ 2 ਫੈਰੀਜ਼ ਦਾ ਨਾਮ, ਹੋਰ ਵੀ ਕੋਈ ਸਮਾਰਕ ਇਹਨਾਂ ਦੇ ਨਾਮ ਤੇ ਹੈਗਾ? ਹਾਂਜੀ। ਉਸ ਤੋਂ ਜਦੋਂ ਸਿਟੀ ਆਫ ਸਰੀ ਤੋਂ ਮਗਰੋਂ ਫਿਰ ਮੈਂ ਸਿਟੀ ਆਫ ਡੈਲਟਾ ਨਾਲ ਗੱਲ ਕੀਤੀ ਸੀਗੀ, ਨਾਲ ਹੀ ਆਪਣੀ ਜਿਹੜੀ ਹੈਗੀ ਆ ਜਿਹੜੀ ਮਿਊਨਿਸਪੈਲਿਟੀ ਹੈਗੀ ਆ ਸਿਟੀ ਆਫ ਸਰੀ ਦੇ ਨਾਲ। ਫਿਰ ਇਹਨਾਂ ਨੇ ਮੇਰੀ ਰਿਕੁਐਸਟ 'ਤੇ ਇੱਕ ਸਟੋਰੀ ਬੋਰਡ ਲਗਾਇਆ ਵਾ ਨਾਰਥ ਸੋਸ਼ਲ ਹਾਰਟ ਪਲਾਜ਼ਾ ਵਿੱਚ, ਤੇ ਜੋ ਕਿ ਬਾਰ ਮੈਮੋਰੀਅਲ ਹੈਗਾ ਉਹਦੇ ਨਾਲ ਹੈਗਾ ਵਾ। ਤੇ ਉੱਥੇ ਵੀ ਸਟੋਰੀ ਬੋਰਡ ਲੱਗਿਆ ਵਾ, ਕਾਮਾਗਾਟਾ ਮਾਰੂ ਦਾ ਸਾਰੀ ਸਟੋਰੀ ਲਿਖੀ ਗਈ ਆ ਡੈਲਟਾ ਰੈਜ਼ੀਡੈਂਟ ਨੂੰ ਐਜੂਕੇਟ ਕਰਨ ਦੇ ਲਈ, ਕੈਨੇਡੀਅਨ ਨੂੰ ਐਜੂਕੇਟ ਕਰਨ ਦੇ ਲਈ। ਤੇ ਨਾਲੇ ਟਾਈਮ ਲਾਈਨ ਦਿੱਤੀਆਂ ਗਈਆਂ ਨੇ, ਜਿਵੇਂ ਜਿਵੇਂ ਮਾਫੀਆਂ ਮੰਗੀਆਂ ਗਈਆਂ ਸੀ ਸਰਕਾਰਾਂ ਵੱਲੋਂ, ਉਹ ਸਾਰੀ ਟਾਈਮ ਲਾਈਨ ਵਿੱਚ ਲਿਖੀ ਹੋਈ ਆ। ਫਿਰ ਮੈਂ ਜਦੋਂ ਸਿਟੀ ਆਫ ਨਿਊ ਵੈਸਟਮਿੰਸਟਰ ਨੂੰ ਮਾਫੀ ਮੰਗਵਾਈ ਆ, ਫਿਰ ਉਹਨਾਂ ਨੂੰ ਮੈਂ ਆਖਿਆ ਸੀਗਾ ਵੀ ਤੁਸੀਂ ਵੀ ਥੋੜਾ ਵੀ ਡਾਇਰੈਕਟ ਕਨੈਕਸ਼ਨ ਹੈਗਾ ਵਾ, ਕਿਉਂਕਿ ਉਸ ਟਾਈਮ 3 ਜਗ੍ਹਾ 'ਤੇ ਆਪਣੇ ਲੋਕ ਜ਼ਿਆਦਾ ਰਹਿੰਦੇ ਸੀਗੇ। ਇੱਕ ਸਿਟੀ ਆਫ ਐਬਸਫੋਰਡ ਵਿੱਚ,
1914 ਵਿੱਚ ਇੱਕ ਨੂੰ ਵੈਸਟਮਿੰਸਟਰ ਵਿੱਚ ਇੱਥੇ ਮਿਲ ਹੁੰਦਾ ਸੀਗੀ, ਤੇ ਜਿੱਥੇ ਕਿ ਆਪਣੇ ਸਿੱਖ ਕਮਿਊਨਿਟੀ ਤੇ ਬਾਕੀ ਹੋਰ ਭਾਰਤੀ ਕਮਿਊਨਿਟੀ ਕੰਮ ਕਰਦੀ ਹੁੰਦੀ ਸੀ, ਨਾਲ ਸਿਟੀ ਆਫ ਬੈਂਕੋਰ ਵਿੱਚ। ਤੇ ਉਹਦੇ ਫਿਰ ਮੈਂ ਕਿਹਾ ਵੀ ਤੁਸੀਂ ਰਿਕਗਨਾਈਜ਼ ਕਰੋ ਕਿ ਸਟਰੀਟ ਦਾ ਨਾਂ, ਪਾਰਕ ਦਾ ਨਾਂ ਜਾਂ ਕਿਸੇ ਫੈਰੀ ਦਾ ਨਾਂ। ਫਿਰ ਉਹ ਮੇਰੀ ਰਿਕੁਐਸਟ ਤੇ ਉਹਨਾਂ ਨੇ 2 ਫੈਰੀਆਂ ਨੇ, ਜਿਹੜੀ ਕਿਊਟੀਕੂ ਫੈਰੀ ਡੌਕਸ ਆ ਜਿਹੜੀ, ਉਹਨਾਂ ਦੋਨਾਂ ਦਾ ਨਾਂ ਉਹਨਾਂ ਨੇ ਕਾਮਾਗਾਟਾਮਾਰੂ ਫੈਰੀ ਡੌਕਸ ਰੱਖਿਆ ਵਾ। ਤੇ ਨਾਲੇ ਇੱਕ ਉੱਥੇ ਉਹਨਾਂ ਨੇ ਇੰਟਰਪ੍ਰੀਟਿਵ ਸਾਈਨ ਲਗਾਇਆ ਗਾ, ਜਿਵੇਂ ਸਟੋਰੀ ਬੋਰਡ ਜਿੱਤੇ ਕਿ ਸਾਰੀ ਸਟੋਰੀ ਲਿਖੀ ਗਈ ਹੈਗੀ ਆ। ਤੇ ਉਹ ਵੀ ਉਹ ਮੇਰੇ ਖਿਆਲ ਇਹਨਾਂ ਨੇ ਲਾਸਟ ਈਅਰ ਅਸੀਂ ਉਹਦਾ ਉਦਘਾਟਨ ਕੀਤਾ ਸੀਗਾ। ਇਹ ਜਿੰਨੇ ਉਪਰਾਲੇ ਤੁਸੀਂ ਕੀਤੇ ਨੇ, ਤਾਂ ਜਿੰਨੇ ਸੜਕਾਂ ਦੇ, ਫੈਰੀਜ਼ ਦੇ, ਪਾਰਕਾਂ ਦੇ ਹੋਰ ਨਾਮ ਰੱਖੇ ਗਏ ਨੇ, ਕੀ ਤੁਸੀਂ ਸੈਟੀਸਫਾਈਡ ਹੋ ਇਹ ਸਾਰੇ ਤੋਂ, ਜਾਂ ਕੁਝ ਹੋਰ ਵੀ ਚਾਹੁੰਦੇ ਹੋ ਕੋਈ ਗਵਰਨਮੈਂਟ ਕਰੇ? ਗੌਰਮੈਂਟ ਨੂੰ ਮੈਂ ਲਿਖਿਆ ਹੋਇਆ ਸੀਗਾ, ਆਪਣੇ ਜਿਹੜੀ ਹੈਗੀ BC ਗੌਰਮੈਂਟ ਨੂੰ, ਵੀ ਤੁਸੀਂ ਜਿਹੜਾ ਇਹਨੂੰ ਸਕੂਲਾਂ 'ਚ ਪੜ੍ਹਾਇਆ ਜਾਵੇ, ਯੂਨੀਵਰਸਿਟੀਆਂ ਵਿੱਚ ਇਤਿਹਾਸ ਪੜ੍ਹਾਇਆ ਜਾਵੇ। ਤੇ ਇਸ ਟਾਈਮ ਜਿਹੜਾ ਇਹ ਇਤਿਹਾਸ ਪੜ੍ਹਾਇਆ ਜਾ ਰਿਹਾ ਹੈਗਾ ਵਾ ਆਪਣੇ ਸਕੂਲ ਵਿੱਚ, ਪਰ ਪੂਰਾ ਨਹੀਂ ਪੜ੍ਹਾਇਆ ਜਾ ਰਿਹਾ, ਥੋੜ੍ਹਾ ਵਾ। ਫਿਰ ਉਹਨਾਂ ਨੂੰ ਆਖਿਆ ਮੈਨੂੰ ਪੂਰਾ ਡਿਟੇਲ 'ਚ ਪੜ੍ਹਾਇਆ ਜਾਵੋ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਵੇ। ਉਹ ਮੇਰੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਹੈਗੀ ਆ, ਤੇ ਬਹੁਤ ਜਲਦੀ ਹੀ ਜਿਹੜਾ ਇਹ ਇਤਿਹਾਸ ਆ ਸਕੂਲਾਂ ਵਿੱਚ ਵੀ ਪੜ੍ਹਾਇਆ ਜਾਏਗਾ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਮੇਰੀ ਸਿਟੀ ਆਫ ਜਿਹੜੀ ਬੈਂਕਓਵਰ ਨਾਲ ਵੀ ਗੱਲਬਾਤ ਕਰ ਰਹੀ ਹੈ। 4 ਸਾਲ ਤੋਂ ਮੈਂ ਇਹਨਾਂ ਨੂੰ ਵੀ ਐਪਲੀਕੇਸ਼ਨ ਦਿੱਤੀ ਸੀ। ਮੈਂ ਕਿਹਾ ਵੀ ਜੀ ਇਹ ਹੈਪਨ ਹੋਇਆ ਹੀ ਇੱਥੇ ਹੈਗਾ ਵਾ, ਥੋੜ੍ਹਾ ਡਾਇਰੈਕਟ ਕਨੈਕਸ਼ਨ ਹੈਗਾ ਵਾ ਇੱਥੇ ਵੀ। ਜਿਹੜੇ 1908 ਵਿੱਚ ਗੁਰਦੁਆਰਾ ਬਣਿਆ ਸੀਗਾ 2nd ਐਵਨਿਊ 'ਤੇ, ਉਸ ਟਾਈਮ ਜਿਹੜੇ ਵੀ ਉਹਨਾਂ ਨੇ ਵੀ ਹੈਲਪ ਕੀਤੀ ਸੀ। ਉਸ ਟਾਈਮ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਸੀ ਸ਼ਹੀਦ ਭਾਗ ਸਿੰਘ ਜੀ, ਜੋ ਸ਼ਹੀਦੀ ਪ੍ਰਾਪਤ ਕੀਤੀ ਜਦੋਂ ਫਿਰ ਬੇਲੇ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਤੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ, ਉਹਨਾਂ ਨੇ ਵੀ ਹੈਲਪ ਕੀਤੀ ਸੀਗੀ ਪੈਸੇਂਜਰਸ ਦੀ ਫੂਡ, ਵਾਟਰ ਐਂਡ ਮੈਡੀਕੇਸ਼ਨ ਦੇ ਲਈ। ਤੇ ਇਸ ਕਰਕੇ ਮੈਂ ਕਿ ਤੁਸੀਂ ਵੀ ਕਿਸੇ ਸਟਰੀਟ ਦਾ ਨਾਂ ਰੱਖੋ। ਉਹ ਫਿਰ ਮੇਰੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਤੇ ਹੁਣ ਬਹੁਤ ਹੀ ਜਲਦੀ, ਮੈਂ ਪਹਿਲਾਂ ਆਖਿਆ ਸੀ ਤੁਸੀਂ ਜਿਹੜੀ ਮੇਨ ਸਟਰੀਟ ਆ ਜਿੱਥੋਂ ਦੀ ਸਾਡਾ ਨਗਰ ਕੀਰਤਨ ਜਾਂਦਾ ਵਾ ਬੈਂਕਓਵਰ ਵਾਲਾ, ਤੇ ਵੀ ਉਹ ਤੁਸੀਂ ਉਹਦਾ ਨਾਂ ਜਿਹੜੀ ਹੈਗੀ ਆ ਮਰੀਨ ਡਰਾਈਵ ਤੋਂ ਲੈ ਕੇ 49 ਤੱਕ ਰੱਖੋ। ਜਾਂ ਫਿਰ ਸੈਕੰਡ ਆਪਸ਼ਨ ਜਿਹੜੀ ਹੈਗੀ ਆ, ਜਿਹੜਾ 2nd ਐਵਨਿਊ ਗੁਰਦੁਆਰਾ ਸੀ ਜੋ ਕਿ ਇਸ ਟਾਈਮ ਫਿਰ ਉਹ ਵੇਚ ਦਿੱਤਾ ਗਿਆ ਸੀਗਾ, ਮੁੜ ਕੇ ਉਹ ਮੂਵ ਹੋ ਕੇ ਜਿਹੜਾ ਰੌਸ ਸਟਰੀਟ 'ਤੇ ਆ ਗਿਆ ਸੀਗਾ। ਵੀ ਉਹ ਜਿਹੜਾ 2nd ਐਵਨਿਊ ਆ ਵੀ ਉਸ ਤੋਂ ਨਾਲ ਕਾਮਾਗਾਟਾਮਾਰੂ ਰੋਡ ਰੱਖ ਦਿਓ ਜਾਂ ਕਾਮਾਗਾਟਾਮਾਰੂ ਵੇ ਰੱਖੋ, ਨਾਲੇ ਉੱਥੇ ਹਿਸਟਰੀ ਲਿਖੋ, ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਆਪਣੇ ਕਮਿਊਨਿਟੀ ਨੂੰ ਪਤਾ ਲੱਗੇ ਵੀ ਇੱਥੇ ਗੁਰਦੁਆਰਾ ਹੋਇਆ ਕਰਦਾ ਸੀਗਾ। ਤੇ ਜਿਨ੍ਹਾਂ ਦੀ ਜਿਹੜੀ ਉਸ ਟਾਈਮ ਦੀ ਜਿਹੜੀ ਕਮੇਟੀ ਸੀਗੀ, ਸ਼ਹੀਦ ਭਾਗ ਸਿੰਘ ਜੀ ਜਾਂ ਹੋਰ ਵੀ ਜਿਹੜੇ ਕਮੇਟੀ ਮੈਂਬਰ ਸੀਗੇ ਜਿਨ੍ਹਾਂ ਨੇ ਸੁਰ ਕਮੇਟੀ ਬਣਾਈ ਸੀ, ਜਿਨ੍ਹਾਂ ਕਿ ਪੈਸੇਂਜਰ ਦੀ ਹੈਲਪ ਕੀਤੀ ਸੀ, ਉਹਨਾਂ ਨੂੰ ਵੀ ਇਤਿਹਾਸ ਬਾਰੇ ਪਤਾ ਲੱਗ ਸਕੇ। ਉਹ ਬਹੁਤ ਹੀ ਜਲਦੀ ਬੈਂਕਓਵਰ ਵਿੱਚ, ਜਾਂ ਤਾਂ ਆਪਾਂ ਮੇਨ ਸਟਰੀਟ ਦਾ ਨਾਮ ਮਰੀਨ ਡਰਾਈਵ ਤੋਂ ਲੈ ਕੇ 49 ਤੱਕ ਕਾਮਾਗਾਟਾਮਾਰੂ ਰੋਡ ਜਾਂ ਕਾਮਾਗਾਟਾਮਾਰੂ ਵਿੱਚ ਦੇਖਾਂਗੇ, ਨਹੀਂ ਫਿਰ ਸੈਕੰਡ ਆਪਸ਼ਨ 2nd ਐਵਨਿਊ ਦਾ ਨਾਂ ਕਾਮਾਗਾਟਾਮਾਰੂ ਵਿੱਚ ਦੇਖਾਂਗੇ ਬਹੁਤ ਜਲਦੀ। ਇਹ ਟੂਰ ਸਾਹਿਬ ਉਹ ਵੀ ਟਾਈਮ ਸੀ, ਦੇਖ ਲਓ 1914 'ਚ ਜਦੋਂ ਉਹਨੇ 376 ਜਿਹੜੇ ਬੰਦੇ ਆਏ ਲੀਗਲੀ ਆ ਰਹੇ ਸੀਗੇ, ਉਹਨਾਂ ਨੂੰ ਉਤਰ ਨਹੀਂ ਦਿੱਤਾ ਗਿਆ ਕਿਉਂਕਿ ਆਲ ਵਾਈਟ ਪਾਲਿਸੀ ਸੀ ਕੈਨੇਡਾ 'ਚ ਉਸ ਟਾਈਮ। ਹਾਂਜੀ। ਹੁਣ ਸਾਡੀ ਕਮਿਊਨਿਟੀ ਇੱਥੇ ਬਹੁਤ ਆ, ਸਾਡੇ ਲੋਕ ਮਾਈਗ੍ਰੈਂਟ ਆਉਂਦੇ ਨੇ, ਜਾਂਦੇ ਨੇ, ਰਹਿੰਦੇ ਨੇ, ਘੁੱਗ ਵੱਸਦੇ ਨੇ ਤੇ ਆਪਣੀ ਡਿਵੈਲਪਮੈਂਟ 'ਚ ਵੀ ਪੂਰਾ ਹਿੱਸਾ ਪਾਉਂਦੇ ਨੇ। ਇਹ ਬਦਲਾਅ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਇੱਕ ਸਮਾਂ ਸੀ, ਆਹ ਇੱਕ ਸਮਾਂ, ਇਹਨੂੰ ਬਦਲਾਅ ਨੂੰ ਕਿਵੇਂ ਦੇਖਦੇ ਹੋ? ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ, ਜਿਹੜਾ ਹੈਰੀ ਸਟੀਵਨ ਸੀਗਾ, ਜਿਹੜਾ ਮੇਨ ਪਲੇਅਰ ਸੀਗਾ ਜਿਹਨੇ ਕਿ ਕਾਮਾਗਾਟਾਮਾਰੂ ਵਾਪਸ ਘੱਲਿਆ ਸੀਗਾ, ਜਿਹਦੇ ਕੋਲ ਪਾਵਰ ਸੀ ਉਸ ਟਾਈਮ, ਤੇ ਉਹਦਾ ਫਿਰ ਜਿਹੜਾ ਨਾਮ ਮੈਨੂੰ ਪਤਾ ਲੱਗਿਆ ਸੀਗਾ ਵੀ ਇੱਕ ਬਿਲਡਿੰਗ 'ਤੇ ਸੀਗਾ ਬੈਂਕਓਵਰ। ਉਹ ਫਿਰ ਮੈਂ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਚਿੱਠੀ ਲਿਖੀ, ਮੈਂ ਕਿਹਾ ਤੁਸੀਂ ਮਾਫੀ ਤਾਂ ਮੰਗ ਲਈ ਆ, ਪਰ ਇੱਕ ਜਿਹੜੀ ਉਹਦਾ ਨਾਂ, ਜਿਹਨੇ ਇੱਕ ਮੇਨ ਬੰਦਾ ਸੀਗਾ ਜਿਹੜਾ ਮਿਨਿਸਟਰ ਸੀ ਉਸ ਟਾਈਮ, ਓਪਨਲੀ ਕਹਿ ਰਿਹਾ ਸੀ ਮੈਂ ਤਾਂ ਬ੍ਰਿਟਿਸ਼ ਕੋਲੰਬੀਆ ਵਾਈਟ ਰੱਖਣਾ ਤੇ ਜਿਹੜਾ ਹੈਗਾ BC ਨੂੰ ਵਾਈਟ ਰੱਖਣਾ, ਉਹਦੇ ਨਾਂ 'ਤੇ ਫੈਡਰਲ ਗੌਰਮੈਂਟ ਦਾ ਨਾਂ ਹੈਗਾ ਵਾ। ਉਹ ਫਿਰ ਮੇਰੇ ਕਹਿਣ ਤੇ ਅਗਸਤ 9 2019 ਦੇ ਵਿੱਚ ਫਿਰ ਟਰੂਡੋ ਸਾਹਿਬ ਨੇ ਤੇ ਉਹਨਾਂ ਨੇ ਜਿਹੜਾ ਉਸ ਬਿਲਡਿੰਗ ਦਾ ਨਾਂ ਲਾ ਦਿੱਤਾ ਸੀਗਾ। ਹੁਣ ਉਹਦਾ ਨਾਂ ਉਸ ਤੋਂ ਹਟਾ ਦਿੱਤਾ ਗਿਆ ਸੀਗਾ, ਹੈਰੀ ਸਟੀਵਨ ਦਾ ਨਾਂ। ਤੇ ਬਾਕੀ ਜਿਹੜੀ ਗੱਲ ਹੈਗੀ ਹੈ, ਜੋ ਅੱਜ ਅਸੀਂ ਇੱਥੇ ਸਹੂਲਤਾਂ ਬਣ ਰਹੇ ਹਾਂ, ਜੋ ਅੱਜ ਜਿਹੜੀ ਕਮਿਊਨਿਟੀ ਇੱਥੇ ਅੱਜ ਹਰ ਪਾਸੇ ਜਿਹੜੀ ਹੈਗੀ ਆ ਤਰੱਕੀਆਂ ਕਰ ਰਹੀ ਹੈਗੀ ਆ, ਇਹਦੇ ਪਿੱਛੇ ਇਹਨਾਂ ਬਜ਼ੁਰਗਾਂ ਦਾ ਬਹੁਤ ਵੱਡਾ ਹੱਥ ਹੈਗਾ ਵਾ, ਕਿਉਂਕਿ ਇਹ ਬਜ਼ੁਰਗਾਂ ਨੇ ਦੂਰੀ ਲੜਾਈ ਲੜੀ ਸੀ ਸਾਡੇ ਲਈ। ਇੱਕ ਤਾਂ ਤੁਹਾਨੂੰ ਪਤਾ ਹੀ 1947 ਤੋਂ ਪਹਿਲਾਂ ਕੋਈ ਹੱਕ ਹੈ ਨਹੀਂ ਸੀ ਸਾਡੇ ਕੋਲੇ। ਅੱਜ ਕੋਈ ਕੋਈ ਯੂਨੀਵਰਸਿਟੀ ਨਹੀਂ ਸੀ ਜਾ ਸਕਦੇ, ਫਾਰਮਾਸਿਸਟ ਨਹੀਂ ਬਣ ਸਕਦੇ, ਡਾਕਟਰ ਨਹੀਂ ਸੀ ਬਣ ਸਕਦੇ, ਇੱਥੋਂ ਤੱਕ ਕਿ ਵੋਟ ਪਾਉਣ ਦਾ ਹੱਕ ਵੀ ਨਹੀਂ ਸੀ ਹੈਗਾ। ਇਹਨਾਂ ਬਜ਼ੁਰਗਾਂ ਨੇ ਸਾਨੂੰ ਵੋਟ ਪਾਉਣ ਦੇ ਹੱਕ ਲੈ ਕੇ ਦਿੱਤੇ ਨੇ। ਅੱਜ ਸਾਡੇ ਬੱਚੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ ਤੇ ਜਾਂ ਹਰ ਪਾਸੇ ਜਿਹੜੀ ਕਮਿਊਨਿਟੀ ਤਰੱਕੀਆਂ ਕਰ ਰਹੀ ਆ, ਇਹਨੇ ਵੱਡੀ ਦੇਣ ਹੈਗੀ ਆ। ਦੂਸਰਾ, ਇਹ ਜਦੋਂ ਵਾਪਸ ਗਏ ਨੇ ਤੇ ਉੱਥੇ ਜਾ ਕੇ ਇਹ ਬੈਠੇ ਨਹੀਂ ਸੀਗੇ, ਫਿਰ ਇਹਨਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ, 20 ਸ਼ਹੀਦ ਕੀਤੇ ਗਏ, ਬਾਕੀ ਨੇ ਜੇਲ੍ਹਾਂ ਕੱਟੀਆਂ ਕਈ ਸਾਲ ਦੀਆਂ। ਖੁਦ ਮੇਰੇ ਜਿਹੜੇ ਨਾਨਾ ਜੀ ਨੇ 5 ਸਾਲ ਦੀ ਜੇਲ੍ਹ ਕੱਟੀ ਸੀ, ਮਗਰ ਜਦੋਂ ਜੇਲ੍ਹ ਕੱਟ ਕੇ ਆਇਆ ਫਿਰ ਕਹਿੰਦੇ ਹੁਣ ਕੰਮ ਨਹੀਂ ਕੋਈ ਕਰਨਾ,
ਦੇਸ਼ ਹੀ ਆਜ਼ਾਦ ਕਰਾਵਾਂਗੇ। ਸਾਰੀ ਜ਼ਿੰਦਗੀ ਦੇਸ਼ ਆਜ਼ਾਦ ਕਰਾਉਣ ਵਿੱਚ ਲੱਗੇ ਰਹੇ ਉਹ, ਤੇ ਉਹਨਾਂ ਦੇ ਫਰੈਂਡ ਸੀਗੇ ਬਾਬਾ ਗੁਰਮਤਿ ਸਿੰਘ ਲਲ ਤੋਂ, ਜੋ ਮਹਾਨ ਗਦਰੀ ਹੋਏ ਨੇ, ਤੇ ਉਹ ਵੀ ਆਪਣੇ ਦੇਸ਼ ਦੀ ਆਜ਼ਾਦੀ ਵਿੱਚ ਸਾਰੀ ਜ਼ਿੰਦਗੀ ਲੱਗੇ ਰਹੇ। ਹੋਰ ਵੀ ਪੈਸੰਜਰਾਂ ਨੇ ਜਿਹੜੀ ਹੈਗੀ ਆਪਦਾ ਜਿਹੜਾ ਦੇਸ਼ ਦੀ ਆਜ਼ਾਦੀ ਲਈ ਲੜੇ ਨੇ। ਜੇ 1947 ਵਿੱਚ ਆਪਣਾ ਦੇਸ਼ ਆਜ਼ਾਦ ਹੁੰਦਾ ਵਾ ਤਾਂ ਇਹ ਕਾਮਾਗਾਟਾ ਮਾਰੂ ਇੱਕ ਟਰਨਿੰਗ ਪੁਆਇੰਟ ਸੀਗਾ ਇੰਡੀਆ ਦੀ ਫਰੀडम ਮੂਵਮੈਂਟ ਵਿੱਚ। ਤੇ 1962 ਵਿੱਚ ਉਸ ਟਾਈਮ ਦੇ ਜਿਹੜੇ ਚੀਫ ਮਿਨਿਸਟਰ ਸੀ ਪ੍ਰਤਾਪ ਸਿੰਘ ਕੈਰੋਂ ਜੀ ਨੇ, ਉਹ ਫਿਰ ਮੇਰੇ ਨਾਨਾ ਜੀ ਨੂੰ ਸੱਦ ਕੇ ਉਹਨਾਂ ਨੇ ਆਜ਼ਾਦੀ ਦੇ ਘੁਲਾਟੀ ਦਾ ਖਿਤਾਬ ਦਿੱਤਾ ਗਿਆ ਸੀਗਾ, ਤੇ ਜੋ ਪ੍ਰਮਾਣ ਪੱਤਰ ਹਜੇ ਮੇਰੇ ਕੋਲ ਵੀ ਸਾਂਭ ਕੇ ਰੱਖਿਆ ਹੋਇਆ ਵਾ। ਇਹ ਟੂਰ ਸਾਹਿਬ ਦੇਖੋ, ਇੱਥੇ ਤਾਂ ਤੁਸੀਂ ਜਦੋਜਹਿਦ ਕਰਕੇ ਕਈ ਸੜਕਾਂ ਦੇ ਨਾਮ ਵੀ ਲਿਖਾ ਲਏ, ਕਈ ਕੁਛ ਸਮਾਰਕ ਬਣਵਾ ਰਹੇ ਹੋ ਇੱਥੇ ਦੂਸਰੇ ਕੰਟਰੀ 'ਚ ਆ ਕੇ, ਪਰ ਜਿੱਥੇ ਇਹ ਜਹਾਜ਼ ਮੁੜ ਕੇ ਗਿਆ ਵਾਪਸ, ਉੱਥੇ ਜਿਹੜਾ ਕਲਕੱਤਾ ਡੌਕ ਤੇ ਗਿਆ, ਉੱਥੇ 20 ਬੰਦੇ ਵੀ ਤੁਸੀਂ ਕਹਿੰਦੇ ਵੀ ਮਾਰੇ ਗਏ, ਉਹਦੇ ਸ਼ਹੀਦ ਹੋਏ ਆ, ਤੇ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ, ਕੀ ਉੱਥੇ ਵੀ ਸਮਾਰਕ ਬਣਿਆ ਕੋਈ ਇਸ ਤਰ੍ਹਾਂ? 1952 ਵਿੱਚ ਜਿਹੜਾ ਹੈਗਾ ਵਾ ਉੱਥੇ ਸਮਾਰਕ ਬਣਿਆ ਸੀਗਾ, ਤੇ ਜੋ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਸ਼ਹੀਦਗੰਜ ਬਣਿਆ ਵਾ ਉੱਥੇ। ਤੇ ਆਪਣੇ ਉੱਥੇ ਜਿਹੜੇ 1952 ਵਿੱਚ ਉਸ ਟਾਈਮ ਦੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਜੀ, ਉਹਨਾਂ ਨੇ ਉਹਦਾ ਉਦਘਾਟਨ ਕੀਤਾ ਸੀਗਾ। ਉਹ ਹਜੇ ਵੀ ਬਣਿਆ ਹੋਇਆ ਹੈਗਾ ਵਾ। ਤੇ ਹਾਂਜੀ, ਤੇ ਇੱਥੇ ਹਜੇ ਹੋਰ ਵੀ ਕੰਮ ਕਰਨ ਦੀ ਲੋੜ ਹੈਗੀ ਆ। ਵੀ ਮੈਂ ਇਹੀ ਗੱਲ ਕਹਾਂਗਾ ਵੀ ਇੰਡੀਆ ਵਿੱਚ ਵੀ ਕਾਮਾਗਾਟਾ ਮਾਰੂ ਦੇ ਨਾਂ 'ਤੇ ਜੇ ਕੋਈ ਸਕੂਲ ਦਾ ਨਾਂ, ਕਿਸੇ ਜਿਹੜੇ ਹੈਗੇ ਸਟਰੀਟ ਦਾ ਨਾਂ ਰੱਖਿਆ ਜਾਂਦਾ ਵਾ, ਤੇ ਉਹ ਬਹੁਤ ਵਧੀਆ ਗੱਲ ਹੈਗੀ ਆ। ਕਿਉਂਕਿ ਪੰਜਾਬ ਗੌਰਮੈਂਟ ਨੂੰ ਵੀ ਕੋਈ, ਆਪਣੀ ਜਿਹੜੀ ਇੰਡੀਅਨ ਪੰਜਾਬ ਗੌਰਮੈਂਟ ਹੈ, ਉਹਨੂੰ ਵੀ ਕੋਈ ਅਪੀਲ ਕਰੋਗੇ ਕੋਈ ਵੀ ਜਿਹੜਾ ਇਹ ਕਾਮਾਗਾਟਾ ਮਾਰੂ ਦਾ ਜਿਹੜਾ ਸਿਲੇਬਸ ਵੀ ਬੱਚਿਆਂ ਨੂੰ ਪੜ੍ਹਾਇਆ ਜਾਵੇ ਰੈਗੂਲਰ ਤੌਰ 'ਤੇ, ਜੇ ਤੇ ਕੋਈ ਪੰਜਾਬ 'ਚ ਵੀ ਸਮਾਰਕ ਬਣਾਇਆ ਜਾਵੇ, ਕਿਉਂਕਿ ਬਹੁਤੇ ਉਹਦੇ 'ਚ ਜਿਹੜੇ ਪੰਜਾਬੀ ਬੰਦੇ ਸੀ, ਸਿੱਖ ਬੰਦੇ ਸੀ, ਜਿਹੜੇ ਉਹ ਉਹਦੇ 'ਚ ਜਹਾਜ਼ 'ਚ ਆਏ ਸੀਗੇ, ਉਹਦੇ ਬਾਰੇ ਕੀ ਕਹੋਗੇ? ਅਫਕੋਰਸ ਮੈਂ ਪੰਜਾਬ ਗੌਰਮੈਂਟ ਨੂੰ ਵੀ ਇਹ ਅਪੀਲ ਕਰੂੰਗਾ ਕਿ ਆਪਣੇ ਜ਼ਿਆਦਾਤਰ ਉੱਥੇ ਪੰਜਾਬੀ ਸੀਗੇ, ਤੇ ਜਿਸ 'ਚ ਕਿ ਆਪਣੇ 340 ਸਿੱਖ ਸੀਗੇ, ਤੇ ਆਪਣੇ 12 ਹਿੰਦੂ ਸੀਗੇ, ਤੇ 24 ਮੁਸਲਮਾਨ ਸੀਗੇ, ਤੇ ਉਹ ਸਾਰੇ ਪੰਜਾਬੀ ਹੀ ਸੀਗੇ, ਉਸ ਟਾਈਮ ਪੰਜਾਬ ਤੋਂ ਹੀ ਆਏ ਸੀਗੇ। ਤੇ ਪੰਜਾਬ ਗੌਰਮੈਂਟ ਨੂੰ ਵੀ ਚਾਹੀਦਾ ਹੈਗਾ ਕਿ ਵੀ ਦੇਸ਼ ਦੀ ਆਜ਼ਾਦੀ ਲਈ ਵੀ 1947 ਵਿੱਚ ਆਪਣਾ ਦੇਸ਼ ਆਜ਼ਾਦ ਹੁੰਦਾ ਵਾ, ਇਹਨਾਂ ਦਾ ਇੱਕ ਅਹਿਮ ਰੋਲ ਹੈਗਾ ਵਾ। ਤੇ ਉਹਨਾਂ ਨੂੰ ਚਾਹੀਦਾ ਵੀ ਇਹ ਆਜ਼ਾਦੀ ਦੇ ਜਿਹੜੇ ਘੁਲਾਟੀਏ ਸੀਗੇ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ 1947 ਵਿੱਚ, ਤੇ ਇੱਥੇ ਸਾਡੇ ਲਈ ਰਾਹ ਖੋਲ੍ਹੇ ਨੇ। ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵਾ ਕਿਸੇ ਜਿਹੜਾ ਸਿਲੇਬਸ ਆ ਸਕੂਲਾਂ ਵਿੱਚ ਤੇ ਉੱਥੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਵੇ, ਤੇ ਜਿਹੜੇ ਹੈਗੇ ਆ ਪੰਜਾਬੀਆਂ ਨੂੰ, ਤੇ ਜਿਹੜੇ ਹੈਗੇ ਭਾਰਤੀ ਜਿਹੜੇ ਹੈਗੇ ਆਪਣੀ ਜਿਹੜੀ ਯੂਥ ਹੈਗੇ ਆ, ਲੋਕ ਹੈਗੇ, ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਇਸ ਇਤਿਹਾਸ ਬਾਰੇ। ਤੇ ਇਹਨਾਂ ਨੇ ਬਜ਼ੁਰਗਾਂ ਨੇ ਆਪਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਬਜਬਜ ਘਾਟ 'ਤੇ ਸਾਡੀ ਖਾਤਰ ਫਿਰ ਉਹ ਦੇਸ਼ ਦੀ ਆਜ਼ਾਦੀ ਲਈ ਲੜੇ ਨੇ, ਤੇ ਉਹਨਾਂ ਨੂੰ ਵੀ ਜ਼ਰੂਰ ਯਾਦ ਰੱਖਣ ਦੀ ਜ਼ਰੂਰਤ ਹੈਗੀ ਆ। ਜਾਂ ਕਿਸੇ ਸਕੂਲ ਦਾ ਨਾਂ, ਜਾਂ ਕਿਸੇ ਯੂਨੀਵਰਸਿਟੀ ਦਾ ਨਾਂ, ਜਾਂ ਕਿਸੇ ਸੜਕ ਦਾ ਨਾਂ ਪੰਜਾਬ, ਤੇ ਜ਼ਰੂਰ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਹ ਜਿਹੜੇ ਕਾਮਾਗਾਟਾ ਮਾਰੂ ਦੇ ਨਾਂ 'ਤੇ ਰੱਖਿਆ ਜਾਵੇ। ਸਾਡੇ ਨਾਲ ਗੱਲਬਾਤ ਕਰਨ ਲਈ ਟੂਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ।